ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਇਤ, ਸ਼ਾਂਤੀ ਦੇ ਪੁੰਜ। ਸਤਿਗੁਰੂ ਪਾਤਸ਼ਾਹ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸ਼ਾਂਤੀ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਮੰਨਦਿਆਂ ਹੋਇਆਂ ਲਾਸਾਨੀ ਅਤੇ ਆਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਤੇ ਨਾਲ ਹੀ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਸਪੁੱਤਰ ਨੂੰ ਇਹ ਹੁਕਮ ਕੀਤਾ ਕਿ ਅਸੀਂ ਸ਼ਾਂਤੀ ਦੇ ਨਾਲ ਜਾ ਕੇ ਲਾਹੌਰ ਦੇ ਵਿਖੇ ਜਿਹੜਾ ਹੈ ਉਹ ਸ਼ਹਾਦਤ ਪ੍ਰਾਪਤ ਕਰਨੀ ਹੈ। ਇਸ ਸ਼ਹਾਦਤ ਤੋਂ ਮਗਰੋਂ ਆਪ ਜੀ ਨੇ ਦੇਖਣਾ ਹੈ ਕਿ ਇਸ ਸਮੇਂ ਦੀ ਸਰਕਾਰ, ਸਮੇਂ ਦਾ ਜਿਹੜਾ ਬਾਦਸ਼ਾਹ ਹੈ, ਇਹ ਜ਼ੁਲਮ ਕਰਨ ਤੋਂ ਜੇ ਹਟ ਜਾਵੇ ਤਾਂ ਠੀਕ ਹੈ, ਨਹੀਂ ਤਾਂ ਤੁਸੀਂ ਅੱਜ ਤੋਂ ਬਾਅਦ ਪੀਰੀ ਦੇ ਨਾਲ ਨਾਲ ਮੀਰੀ ਦੋ ਤਲਵਾਰਾਂ ਰੱਖਣ ਦੀ ਜਿਹੜਾ ਹੈ ਹਦਾਇਤ ਸਤਿਗੁਰੂ ਜੀ ਨੇ ਕਰ ਦਿੱਤੀ ਸੀ। ਤੇ ਜਦੋਂ ਗੁਰਤਾ ਗੱਦੀ ਦੇ ਉੱਤੇ ਸਤਿਗੁਰੂ ਨੂੰ ਸੁਭਾਇਮਾਨ ਕੀਤਾ ਗਿਆ, ਉਸ ਵੇਲੇ ਇਹ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਜਿਹੜੀਆਂ ਨੇ ਪਹਿਨਾਈਆਂ ਗਈਆਂ, ਜਿਨ੍ਹਾਂ ਦਾ ਹਵਾਲਾ ਉਸ ਸਮੇਂ ਦੇ ਢਾਡੀ ਅਬਦੁੱਲਾ ਤੇ ਨੱਥ ਵੱਲੋਂ ਕੀਤਾ ਗਿਆ। ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਸੰਗਤਾਂ ਪਦਾਰਥ ਲੈ ਕੇ ਆਉਂਦੀਆਂ ਸਨ, ਮਾਇਆ ਭੇਟ ਕਰਦੀਆਂ ਸਨ, ਉੱਥੇ ਸਤਿਗੁਰੂ ਨੇ ਆਪਣੇ ਸਿੱਖਾਂ ਨੂੰ, ਸਿੱਖ ਸੰਗਤਾਂ ਨੂੰ ਵਧੀਆ ਤੋਂ ਵਧੀਆ ਸ਼ਸਤਰ ਅਤੇ ਘੋੜੇ ਗੁਰੂ ਦਰਬਾਰ ਦੇ ਵਿੱਚ ਭੇਟ ਕਰਨ ਦਾ ਅਤੇ ਆਪਣੀਆਂ ਜਵਾਨੀਆਂ ਭੇਟ ਕਰਨ ਦੇ ਲਈ ਜਿਹੜਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਦਿੱਤਾ। ਦਿਨਾਂ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਜਿਹੜਾ ਹੈ ਉਹ 500 ਦੇ ਕਰੀਬ ਨੌਜਵਾਨ ਸਿਰਲੱਥ ਯੋਧੇ ਜਿਹੜੇ ਨੇ, ਉਹਨਾਂ ਦੀ ਫੌਜ ਜਿਹੜੀ ਹੈ ਉਹ ਤਿਆਰ ਹੋ ਗਈ, ਜੋ ਕਿਸੇ ਤਨਖਾਹ ਦੇ ਅਧੀਨ ਨਹੀਂ ਸਨ। ਵੀ ਇੱਕ ਤਨਖਾਹ ਲੈ ਕੇ ਉਹਨਾਂ ਨੇ ਸੇਵਾ ਕਰਨੀ ਸੀ। ਸਤਿਗੁਰੂ ਦੋ ਟਾਈਮ ਦਾ ਪ੍ਰਸ਼ਾਦਾ ਤੇ 6 ਮਹੀਨਿਆਂ ਬਾਅਦ ਜਿਹੜਾ ਹੈ ਇੱਕ ਵਸਤਰਾਂ ਦਾ ਜਿਹੜਾ ਹੈ ਜੋੜਾ ਚਾਹੀਦਾ ਹੈ। ਤੇ ਅਸੀਂ ਆਪਣਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ। ਜੋ ਹੁਕਮ ਕਰੋਗੇ ਸਤਿਗੁਰੂ ਪਾਤਸ਼ਾਹ, ਉਸ ਦੇ ਲਈ ਅਸੀਂ ਹਾਜ਼ਰ ਹਾਂ। ਐਸੀ ਮਰਜ਼ੀੜਿਆਂ ਦੀ ਫੌਜ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਤਿਆਰ ਹੋ ਗਈ। ਅਕਾਲ ਤਖਤ ਦੀ ਸਿਰਜਣਾ ਹੋ ਗਈ। ਜਿੱਥੇ ਤਖਤ ਸਨ ਦੁਨਿਆਵੀ, ਉੱਥੇ ਅਕਾਲ ਦਾ ਤਖਤ ਸਤਿਗੁਰੂ ਪਾਤਸ਼ਾਹ ਜੀ ਨੇ ਕਾਇਮ ਕੀਤਾ ਤੇ ਕਿਸੇ ਦੇ ਉੱਤੇ ਜਬਰ ਜ਼ੁਲਮ ਨਾ ਹੋ ਸਕੇ। ਸੋ ਸਤਿਗੁਰੂ ਉੱਥੇ ਫੈਸਲੇ ਸੁਣਾਉਣ ਲੱਗ ਪਏ
ਲੋਕ ਜਿਹੜੇ ਨੇ ਬੜੀਆਂ ਸਮੇਂ ਤੋਂ ਜਿਹੜਾ ਹੈ ਸਰਕਾਰੀ ਦਰਬਾਰੇ ਜਿਨ੍ਹਾਂ ਦੀ ਕੋਈ ਗੱਲ ਨਹੀਂ ਸੀ ਸੁਣੀ ਜਾਂਦੀ, ਉਹ ਚੰਦ ਮਿੰਟਾਂ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਉਹਨਾਂ ਦਾ ਫੈਸਲਾ ਕਰਨ ਲੱਗ ਪਏ। ਪ੍ਰਜਾ ਬੜੀ ਸੁਖੀ ਹੋ ਗਈ। ਸੋ ਇਹ ਸਾਰੀਆਂ ਗੱਲਾਂ ਜਦੋਂ ਬਾਦਸ਼ਾਹ ਨੂੰ ਜਿਹੜਾ ਹੈ ਉਹ ਮੁਰਤਜ਼ਾ ਖਾਨ ਵੱਲੋਂ, ਅਹਿਮਦ ਸਰਹੰਦੀ ਵੱਲੋਂ ਅਤੇ ਜਿਹੜੇ ਸਿੱਖੀ ਦੇ ਦੋਖੀ ਲੋਕ ਸਨ ਅਤੇ ਆਪਣੇ ਹੀ ਉਹਨਾਂ ਦੇ ਜਿਹੜਾ ਹੈ ਤਾਇਆ ਜੀ ਉਹਨਾਂ ਵੱਲੋਂ, ਮਿਹਰਬਾਨ ਜੀ ਵੱਲੋਂ ਅਤੇ ਹੋਰ ਸਮੇਂ ਦੇ ਜਿਹੜੇ ਨੇ ਜਾਤ ਅਭਿਮਾਨੀ ਲੋਕ ਸਨ, ਉਹਨਾਂ ਦੀਆਂ ਸ਼ਿਕਾਇਤਾਂ ਬਾਦਸ਼ਾਹ ਨੂੰ ਜਾ ਕੇ ਪਹੁੰਚੀਆਂ ਕਿ ਬਾਦਸ਼ਾਹ ਸਲਾਮਤ, ਤੇਰੇ ਮੁਕਾਬਲੇ ਦੇ ਉੱਤੇ ਜਿਹੜਾ ਹੈ ਇੱਕ ਤਖਤ ਜਿਹੜਾ ਹੈਗਾ ਉਹ ਬਣ ਗਿਆ ਹੈ ਤੇ ਜਿੱਥੇ ਤੂੰ ਫੈਸਲਾ ਸੁਣਾਉਂਦਾ ਉੱਥੇ ਸਤਿਗੁਰੂ ਪਾਤਸ਼ਾਹ ਜੀ ਜਿਹੜਾ ਹੈਗਾ ਉਹ ਲੋਕਾਂ ਦੇ ਫੈਸਲੇ ਕਰਦੇ ਹਨ। ਤੇਰੇ ਮੁਕਾਬਲੇ ਦੇ ਉੱਤੇ ਜਿਹੜਾ ਹੈ ਸਤਿਗੁਰੂ ਪਾਤਸ਼ਾਹ ਜਿਹੜੇ ਨੇ ਹੁਣ ਖਲੋ ਗਏ ਨੇ ਤੇ ਨਾਲ ਹੀ ਉਸ ਨੂੰ ਡਰਾਵਾ ਦਿੱਤਾ ਕਿ ਤੂੰ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਤੇ ਸਤਿਗੁਰੂ ਭਾਵੇਂ ਨਿਰਵੈਰ ਸਨ ਤਾਂ ਵੀ ਉਹਨਾਂ ਦੀ ਸ਼ਿਕਾਇਤ ਲਾਈ ਗਈ ਕਿ ਇਹਨਾਂ ਨੇ ਫੌਜ ਜਿਹੜੀ ਹੈ ਤਿਆਰ ਕੀਤੀ ਹੈ ਤੇ ਉਹ ਬਦਲਾ ਲੈਣਗੇ ਤੇ ਸਤਿਗੁਰੂ ਦੇ ਮਨ ਦੇ ਵਿੱਚ ਸਤਿਗੁਰੂ ਪੁਰਖ ਨਿਰਵੈਰ ਹੈ। ਸਤਿਗੁਰੂ ਤੇ ਹਮੇਸ਼ਾ ਨਿਰਵੈਰ ਹੈ, ਉਹ ਕਿਸੇ ਦੇ ਨਾਲ ਵੈਰ ਨਹੀਂ ਕਰਦਾ। ਪਰ ਤਾਂ ਵੀ ਜਿਹੜੇ ਮਨੁੱਖ ਪਾਪੀ ਲੋਕ ਹੁੰਦੇ ਨੇ ਉਹਨਾਂ ਦੇ ਅੰਦਰ ਐਸੇ ਭਾਵ ਪੈਦਾ ਹੋ ਜਾਂਦੇ ਨੇ, ਉਹ ਆਪਣੀਆਂ ਸੋਚਾਂ ਸੋਚਣ ਲੱਗ ਪੈਂਦੇ ਨੇ। ਸੋ ਇਹ ਡਰ ਜਿਹੜਾ ਹੈ ਉਸ ਨੂੰ ਦਿਨੇ ਰਾਤੀ ਸਤਾਉਣ ਲੱਗ ਪਿਆ। ਹੁਣ ਬਹਾਨੇ ਲੋੜਨ ਲੱਗ ਪਏ ਵੀ ਕਿਸੇ ਨਾ ਕਿਸੇ ਤਰ੍ਹਾਂ ਜਿੱਥੇ ਹੋਰ ਹਿੰਦੁਸਤਾਨ ਦੇ ਹਿੰਦੂ ਰਾਜਿਆਂ ਨੂੰ ਬੰਦੀ ਬਣਾਇਆ ਗਿਆ ਹੈ, ਸਤਿਗੁਰੂ ਪਾਤਸ਼ਾਹ ਜੀ ਨੂੰ ਵੀ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਇਹਨਾਂ ਨੂੰ ਸਿੱਖ ਸੰਗਤਾਂ ਤੋਂ ਇੱਕ ਪਾਸੇ ਕੀਤਾ ਜਾਵੇ ਕਿ ਸਿੱਖੀ ਦੇ ਪ੍ਰਚਾਰ ਦੇ ਵਿੱਚ ਖੜੋਤ ਆ ਜਾਵੇ। ਸੋ ਬਹਾਨਾ ਢੂੰਡਿਆ ਗਿਆ ਕਿ ਬਾਦਸ਼ਾਹ ਜਿਹੜਾ ਹੈ ਉਸ ਦੀ ਸਿਹਤ ਅੱਛੀ ਨਹੀਂ ਹੈ, ਉਸ ਵਾਸਤੇ ਕੋਈ ਜਿਹੜਾ ਹੈ ਪੁੱਜੀ ਹੋਈ ਆਤਮਾ ਜਿਹੜਾ ਬੰਦਗੀ ਕਰਨ ਵਾਲਾ ਹੈ ਉਹ ਤਪੱਸਿਆ ਕਰੇ। ਇਸ ਤਰ੍ਹਾਂ ਜਿਹੜਾ ਹੈਗਾ ਕਈ ਤਰ੍ਹਾਂ ਦੇ ਜਿਹੜਾ ਹੈ ਉਹ ਬਹਾਨੇ ਲੋੜ ਕਰਕੇ ਤੇ ਸਤਿਗੁਰੂ ਜੀ ਨੂੰ ਜਿਹੜਾ ਹੈ ਉਹ ਬੁਲਾਵਾ ਭੇਜਿਆ ਵਜ਼ੀਰ ਖਾਂ ਦੇ ਰਾਹੀਂ। ਵਜ਼ੀਰ ਖਾਂ ਇੱਕ ਚੰਗਾ ਗੁਰੂ ਕੇ ਦਰਬਾਰ ਤੋਂ ਵਰਸਾਇਆ ਹੋਇਆ, ਜਿਸ ਨੂੰ ਬਖਸ਼ਾਂ ਮਿਲੀਆਂ ਸਨ, ਉਸ ਦਾ ਰੋਗ ਦੂਰ ਹੋਇਆ ਸੀ ਤੇ ਰੋਜ਼ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਹੈਗਾ ਭਾਈ ਭਾਗੋ ਕੋਲੋਂ ਉਹ ਸ਼ਰਵਣ ਕਰਿਆ ਕਰਦਾ ਸੀ। ਸੋ ਉਸ ਦੀ ਜਿਹੜੀ ਹੈ ਉਹਨਾਂ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਨੂੰ ਜਿਹੜਾ ਹੈਗਾ ਬੁਲਾਇਆ ਗਿਆ। ਹੋ ਸਕਦਾ ਕਿ ਸਿੱਧੇ ਤੌਰ ਤੇ ਜੇ ਉਹਨਾਂ ਨੂੰ ਸਰਕਾਰੀ ਫੌਜਾਂ ਨੂੰ ਆਉਣਾ ਪੈਂਦਾ ਤੇ ਹੋ ਸਕਦਾ ਹੈ ਕਿ ਘਮਸਾਣ ਦਾ ਯੁੱਧ ਵੀ ਹੋ ਜਾਂਦਾ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਹੈ ਉਹ ਮਨ ਦੇ ਵਿੱਚ ਸੋਚਿਆ ਕਿ ਉੱਥੇ ਜਿਹੜੇ 52 ਰਾਜੇ ਨੇ ਉਹਨਾਂ ਨੂੰ ਜੇ ਕਰ ਮੁਕਤ ਨਾ ਕਰਾਇਆ ਗਿਆ ਤੇ ਉਹ ਉੱਥੇ ਹੀ ਜਿਹੜਾ ਹੈ ਉਹਨਾਂ ਦੀ ਅੰਤ ਹੋ ਜਾਣਾ। ਉਹਨਾਂ ਦੀ ਜਿਹੜੀਆਂ ਨੇ ਅੰਤਮ ਸਮਾਂ ਜਿਹੜਾ ਹੈਗਾ ਉਹ ਕਾਲ ਕੋਠੜੀਆਂ ਹੀ ਹੋਣਗੀਆਂ। ਸੋ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਬੰਧਨ ਮੁਕਤ ਕਰਨ ਦੇ ਲਈ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਹੈ ਉਹ ਨਿਰਣਾ ਕੀਤਾ ਕਿ ਅਸੀਂ ਗਵਾਲੀਅਰ ਵਿਖੇ ਜਾਣਾ। ਇਤਿਹਾਸਕਾਰ ਲਿਖਦੇ ਨੇ ਕਿ ਹੁਕਮ ਤੇ ਇਹ ਸੀ ਕਿ 12 ਸਾਲ ਰੱਖਿਆ ਜਾਏ, ਪਰ ਗੁਰੂ ਦਾ ਪ੍ਰਤਾਪ ਦੇਖੋ, ਉੱਥੇ ਜਾ ਕੇ ਸਤਸੰਗ ਪ੍ਰਾਰੰਭ ਕਰ ਦਿੱਤਾ। ਜਿਹੜੇ ਹਿੰਦੂ ਰਾਜੇ ਸਨ, ਜਦੋਂ ਉਹਨਾਂ ਦੇ ਵਿੱਚ ਬਾਣੀ ਦਾ ਪ੍ਰਚਾਰ, ਨਾਮ ਦਾ ਜਿਹੜਾ ਹੈਗਾ ਉਹ ਪ੍ਰਚਾਰ ਹੋਇਆ ਤੇ ਉਹਨਾਂ ਦੇ ਮਨ ਦੇ ਨੂੰ ਸ਼ਾਂਤੀ ਮਿਲੀ ਤੇ ਸਤਿਗੁਰੂ ਉਹਨਾਂ ਨੂੰ ਜੇਲ੍ਹ ਵੀ ਮਿੱਠੀ ਲੱਗਣ ਲੱਗ ਪਈ ਕਿ ਵਾਹਿਗੁਰੂ ਦੇ ਨਾਮ ਦੇ ਵਿੱਚ ਜਿਹੜਾ ਹੈਗਾ ਸਾਡਾ ਸਮਾਂ ਸਫਲ ਹੋ ਰਿਹਾ। ਪਰ ਜਿਸ ਵੇਲੇ ਕਹਿੰਦੇ ਨੇ ਵੀ ਕਿਸੇ ਮਹਾਂਪੁਰਸ਼ ਨੂੰ ਤੰਗ ਕਰਨਾ, ਕਿਸੇ ਗੁਰੂ ਪੀਰ ਨੂੰ ਤੰਗ ਕਰਨਾ, ਉਹ ਰੱਬ ਦੀ ਜਿਹੜਾ ਹੈ ਉਹ ਕਹਿਰ ਕੇ ਵਰਤਦਾ ਹੈ ਉਸ ਜ਼ੁਲਮ ਕਰਨ ਵਾਲੇ ਉੱਤੇ। ਬਾਦਸ਼ਾਹ ਜਿਹੜਾ ਦਿਨੋਂ ਦਿਨ ਜਿਹੜਾ ਹੈ ਉਹ ਬਿਮਾਰ ਹੋਣ ਲੱਗ ਪਿਆ। ਨੂਰਜਹਾਂ ਜਿਹੜੀ ਹੈ ਉਸ ਦੀ ਘਰ ਵਾਲੀ ਜਿਹੜੀ ਹੈ ਬੇਗਮ, ਉਹ ਸਾਈਂ ਮੀਆਂ ਮੀਰ ਦੀ ਜਿਹੜੀ ਹੈ ਸ਼ਾਗਿਰਦ ਸੀ। ਸਾਈਂ ਮੀਆਂ ਮੀਰ ਜੀ ਇੱਕ ਬਹੁਤ ਰੂਹਾਨੀ ਹਸਤੀ ਰੱਖਣ ਵਾਲੇ ਸਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਿੱਤਰ ਸਨ, ਜਿਨ੍ਹਾਂ ਤੋਂ ਅੰਮ੍ਰਿਤਸਰ ਸਾਹਿਬ ਜੀ ਦਾ ਜਿਹੜਾ ਹੈ ਨੀਂਹ ਪੱਥਰ ਵੀ ਰਖਵਾਇਆ ਗਿਆ ਸੀ।
ਤੇ ਜਿਸ ਵੇਲੇ ਸਤਿਗੁਰਾਂ ਦੀ ਸ਼ਹਾਦਤ ਹੋਈ ਉਸ ਵੇਲੇ ਉਹ ਕੁਰਲਾ ਉੱਠੇ ਸਨ। ਕਹਿਣ ਲੱਗੇ ਪਾਤਸ਼ਾਹ ਹੁਕਮ ਕਰੋ ਤਾਂ ਮੈਂ ਦਿੱਲੀ ਅਤੇ ਲਾਹੌਰ ਦੀ ਜਿਹੜੀ ਹੈ ਇੱਟ ਦੇ ਨਾਲ ਇੱਟ ਖੜਕਾ ਦੇਵਾਂ। ਪਰ ਸਤਿਗੁਰੂ ਜੀ ਨੇ ਕਿਹਾ ਸੀ ਨਹੀਂ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ, ਏਕਾ ਟੇਕ ਮੇਰਾ ਮਨ ਚੀਤ, ਜੋ ਕਿਛ ਕਰਨਾ ਸੋ ਹਮਰਾ ਮੀਤ। ਸਾਈਂ ਮੀਆਂ ਮੀਰ ਜੀ, ਇਹ ਉਸ ਮੇਰੇ ਮਿੱਤਰ ਦਾ ਜਿਹੜਾ ਹੈ ਹੁਕਮ ਚੱਲ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਦਾ। ਸੋ ਸਾਡਾ ਜਿਹੜਾ ਹੈ ਉਸ ਦਾ ਰਜ਼ਾ ਵਿੱਚ ਰਹਿਣਾ ਬਣਦਾ ਹੈ। ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਈਂ ਜੀ ਇਹ ਦੇ ਚੁੱਕੇ ਸਨ। ਉਹ ਨਹੀਂ ਸਨ ਚਾਹੁੰਦੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਵੀ ਕੋਈ ਐਸਾ ਸਮਾਂ ਆ ਬਣੇ, ਤੇ ਉਹਨਾਂ ਦੇ ਯਤਨ ਜਿਹੜੇ ਨੇ ਪ੍ਰਾਰੰਭ ਹੋ ਗਏ। ਰੱਬ ਦਾ ਜਿਹੜਾ ਨਾਮ ਜਪਣ ਵਾਲਾ ਹੈ ਉਹ ਜਾਤਾਂ ਪਾਤਾਂ ਧਰਮਾਂ ਦੇ ਇਹ ਜਿਹੜੇ ਬੰਧਨ ਹੁੰਦੇ ਨੇ ਉਹ ਤੋੜ ਕੇ ਆਪਣਾ ਜੀਵਨ ਬਤੀਤ ਕਰਦਾ ਹੈ। ਸਾਈਂ ਮੀਆਂ ਮੀਰ ਜੀ ਹੋਰ ਜਿਹੜੇ ਮੁਸਲਮਾਨ ਸੂਫੀ ਜਿਹੜੇ ਪੀਰ ਸਨ ਉਹਨਾਂ ਦੇ ਨਾਲ ਉਹਨਾਂ ਦੇ ਆਪਣਾ ਰਾਬਤਾ ਕਾਇਮ ਕੀਤਾ। ਦਿੱਲੀ ਵਿਖੇ ਜਾ ਕੇ ਨਿਜ਼ਾਮੂਦੀਨ ਔਲੀਆ ਜਿਨ੍ਹਾਂ ਦੀ ਦਰਗਾਹ ਹੈ ਦਮਦਮਾ ਸਾਹਿਬ ਦੇ ਗੁਰਦੁਆਰੇ ਦੇ ਲਾਗੇ, ਤੇ ਕਹਿੰਦੇ ਨੇ ਉੱਥੇ ਪਹੁੰਚੇ। ਇੱਕ ਮੁਸਲਮਾਨ ਜਿਹੜੇ ਨੇ ਹੋਰ ਫਕੀਰ ਨੇ ਫਕਰੁਦੀਨ ਜੀ, ਇਹ ਤਿੰਨੋਂ ਹੀ ਸਾਧੂ ਜਿਹੜੇ ਨੇ ਇਕੱਠੇ ਬੈਠੇ ਹੋਏ ਨੇ। ਬੇਗਮ ਜਿਹੜੀ ਆ ਜਿੱਥੇ ਉਸਨੇ ਡਾਕਟਰੀ ਇਲਾਜ ਕਰਾ ਕੇ ਉਹ ਥੱਕ ਗਈ, ਉਸਨੇ ਸੋਚਿਆ ਵੀ ਹੁਣ ਜਿਹੜੇ ਪੀਰ ਫਕੀਰ ਨੇ ਉਹਨਾਂ ਤੋਂ ਜਿਹੜਾ ਹੈ ਕੋਈ ਇਲਾਜ ਪੁੱਛਿਆ ਜਾਵੇ। ਤੇ ਇਹ ਜਾਂਦੀ ਹੈ ਇਹਨਾਂ ਪੀਰਾਂ ਦੇ ਕੋਲ, ਪੀਰ ਬੈਠੇ ਹੋਏ ਨੇ, ਤੇ ਕਹਿੰਦੀ ਹੈ ਕੋਈ ਉਸਦੇ ਬਿਮਾਰੀ ਦਾ ਕੋਈ ਦਵਾ ਦਾਰੂ ਦੱਸੋ ਮੇਰੇ ਪਤੀ ਦੇ ਲਈ। ਸੋ ਉੱਥੇ ਮੀਆਂ ਮੀਰ ਜੀ ਕਹਿਣ ਲੱਗੇ ਪਤੀ ਦਾ ਤਾਂ ਇਲਾਜ ਹੋ ਸਕਦਾ, ਪਰ ਉਹ ਰੱਬ ਦੇ ਪੁੱਜੇ ਹੋਏ ਰੱਬ ਦੇ ਰੂਪ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਤੇ ਉਸਨੇ ਬੰਦੀ ਦੇ ਅੰਦਰ ਪਾਇਆ ਹੋਇਆ, ਇਹ ਹੀ ਉਸ ਦੇ ਰੋਗ ਦਾ ਕਾਰਨ ਹੈ। ਤਾਂ ਤਿੰਨਾਂ ਸਾਧੂਆਂ ਨੇ ਫਕੀਰਾਂ ਨੇ ਉਸ ਦੀ ਹਾਂ ਦੇ ਨਾਲ ਸਾਈਂ ਮੀਆਂ ਮੀਰ ਜੀ ਹਾਂ ਦੇ ਨਾਲ ਹਾਂ ਮਿਲਾਈ। ਫਖਰੁਦੀਨ ਜੀ ਨੇ ਵੀ, ਨਿਜ਼ਾਮੂਦੀਨ ਔਲੀਆ ਹੋਰਾਂ ਨੇ ਵੀ, ਤੇ ਬੇਗਮ ਦੇ ਮਨ ਦੇ ਵਿੱਚ ਪੂਰਾ ਵਿਸ਼ਵਾਸ ਬਣ ਗਿਆ ਕਿ ਇਹ ਗੱਲ ਇਹੀ ਹੈ। ਤਾਂ ਉਸਨੇ ਆਪਣੇ ਪਤੀ ਜਹਾਂਗੀਰ ਨੂੰ ਦੱਸਿਆ ਬਈ ਇਹ ਚੰਗੀ ਗੱਲ ਨਹੀਂ, ਤੂੰ ਇੱਕ ਨਿਰਵੈਰ ਅੱਲਾ ਦੇ ਰੂਪ ਨੂੰ ਆਪਣੇ ਜਿਹੜਾ ਹੈ ਉਹ ਕੈਦ ਦੇ ਵਿੱਚ ਪਾਇਆ ਹੈ। ਤੇ ਨਾਲ ਹੀ ਕਹਿ ਦਿੱਤਾ ਸਾਈਂ ਮੀਆਂ ਮੀਰ ਜੀ ਨੇ, ਜਿਸ ਵੇਲੇ ਅਸੀਂ 8ਵੇਂ ਦਿਨ ਪੈਸੀ ਦੀ ਜਿਹੜੀ ਹੈ ਉਹ ਨਮਾਜ਼ ਜਦੋਂ ਪੜ੍ਹਦੇ ਆ ਨਾ, ਤੇ ਜਦੋਂ ਉਸ ਅੱਲਾਹ ਤਾਲਾ ਦੇ ਨਾਲ ਇੱਕਮਿਕ ਹੁੰਦੇ ਆ, ਤੇ ਉੱਥੇ ਜਦੋਂ ਦਰਸ਼ਨ ਹੁੰਦੇ ਨੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਇਹੀ ਹੁੰਦੇ ਨੇ ਬੈਠੇ ਹੋਏ ਉੱਥੇ। ਇਹ ਅੱਲਾਹ ਦੇ ਰੂਪ ਨੇ। ਇੰਨਾ ਵੱਡਾ ਜਿਹੜਾ ਹੈਗਾ ਫਕੀਰ ਉਹ ਇਹ ਗੱਲ ਕਹਿ ਰਿਹਾ, ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਉਸ ਜਹਾਂਗੀਰ ਨੇ ਇਹ ਮਨ ਦੇ ਵਿੱਚ ਜਿਹੜਾ ਹੈਗਾ ਵਿਚਾਰ ਬਣਾ ਲਈ ਵੀ ਹੁਣ ਸਤਿਗੁਰੂ ਪਾਤਸ਼ਾਹ ਜੀ ਨੂੰ ਜਿਹੜਾ ਹੈਗਾ ਬਾ ਇੱਜ਼ਤ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਜਿਹੜਾ ਹੈ ਬੇਨਤੀ ਕਰਾਂਗਾ ਕਿ ਉਹ ਜਿਹੜੇ ਨੇ ਇੱਥੋਂ ਚਲੇ ਜਾਣ, ਜਿੱਥੇ ਵੀ ਜਾਣ ਉਹ ਇਸ ਹਿੰਦੁਸਤਾਨ ਦੇ ਵਿੱਚ ਉਹ ਵਿਚਰ ਸਕਦੇ। ਸੋ ਸਤਿਗੁਰੂ ਪਾਤਸ਼ਾਹ ਜੀ ਨੂੰ ਜਦੋਂ ਦੱਸਿਆ ਗਿਆ ਮਹਾਰਾਜ ਤੁਸੀਂ ਜਿੱਥੇ ਜਾਣਾ ਚਾਹੋ ਤੁਸੀਂ ਜਾ ਸਕਦੇ ਹੋ, ਤੇ ਮਹਾਰਾਜ ਜਿਹੜੇ ਨੇ ਉਹ ਕਹਿੰਦੇ ਨੇ ਕਿ ਭਾਈ ਗੁਰਦਾਸ ਜੀ ਕਿ 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਪਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਲਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਜੇ ਸੰਸਾਰ ਦੇ ਵਿੱਚ ਕੋਈ ਯੋਧਾ ਹੋਇਆ ਤੇ ਪਰ ਉਪਕਾਰੀ ਭਗਤ ਨਹੀਂ ਹੋਇਆ, ਪਰ ਸਾਰੇ ਗੁਣ ਸਤਿਗੁਰੂ ਜੀ ਨੇ ਜਿੱਥੇ ਵੱਡੇ ਯੋਧੇ ਨੇ ਉਹਨਾਂ ਦੇ ਸਮਾਨ ਕੋਈ ਯੋਧਾ ਨਹੀਂ ਹੈ, ਵੋਰੀਅਰ ਨਹੀਂ ਹੈ, ਉੱਥੇ ਪਰ ਉਪਕਾਰੀ ਨੇ। ਪਰ ਉਪਕਾਰ ਨਿਤ ਚਿਤਵਤੇ ਬ੍ਰਹਮ ਗਿਆਨੀ ਕੈ ਮਨ ਪਰ ਉਪਕਾਰ ਉਮਾ। ਇਹ ਜਿਹੜੇ ਪ੍ਰਮਾਤਮਾ ਦੇ ਨਾਲ ਜਿਹੜੇ ਮਿਲਿਆ ਹੋਇਆਂ ਦੀ ਨਿਸ਼ਾਨੀ ਹੈ ਕਿ ਉਹਨਾਂ ਦੇ ਅੰਦਰ ਪਰ ਉਪਕਾਰ ਜਿਹੜਾ ਹੈ ਹਮੇਸ਼ਾ ਹੀ ਚੱਲਦਾ ਰਹਿੰਦਾ ਕਿ ਪਰ ਉਪਕਾਰ ਕਰੀਏ, ਆਪਣਾ ਪਿੱਛੇ ਸਭ ਤੋਂ ਪਹਿਲੇ ਦੂਜੇ ਦਾ ਕਾਤ ਸਵਾਰੀਏ।
ਸਤਿਗੁਰੂ ਜੀ ਨੇ ਕਹਿ ਦਿੱਤਾ ਵੀ ਅਸੀਂ ਇਕੱਲੇ ਨਹੀਂ ਜਾਵਾਂਗੇ, ਸਾਡੇ ਨਾਲ ਇਹ ਜੋ 52 ਹਿੰਦੂ ਰਾਜੇ ਨੇ ਇਹਨਾਂ ਨੂੰ ਵੀ ਰਿਹਾ ਕੀਤਾ ਜਾਏ ਤਾਂ ਅਸੀਂ ਜਾਵਾਂਗੇ। ਸਤਿਗੁਰੂ ਜੀ ਨੇ ਫਿਰ ਜਦੋਂ ਇਹ ਗੱਲ ਜਿਹੜੀ ਕਹੀ ਤਾਂ ਜਹਾਂਗੀਰ ਨੇ ਕਿਹਾ ਸਤਿਗੁਰੂ ਪਾਤਸ਼ਾਹ ਤੁਹਾਡੇ ਲੜ ਲੱਗ ਕੇ ਜੋ ਚਲਾ ਜਾਏ ਉਹ ਜਾ ਸਕਦਾ। ਸਤਿਗੁਰੂ ਜੀ ਨੇ ਆਖਿਆ ਕਿ 52 ਕਲੀਆਂ ਦਾ ਜਿਹੜਾ ਹੈ ਉਹ ਚੋਲਾ ਉਹ ਬਣਾਇਆ ਜਾਏ। ਉਹ ਬਣਾਇਆ ਗਿਆ ਤੇ ਇਸ ਤਰ੍ਹਾਂ ਸਾਰੇ ਹੀ ਰਾਜਿਆਂ ਦੇ ਹੱਥ ਫੜਾ ਕੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਮੁਕਤ ਕੀਤਾ ਤੇ ਘੋੜਿਆਂ ਤੇ ਸਵਾਰ ਕਰਕੇ ਸਤਿਗੁਰੂ ਪਾਤਸ਼ਾਹ ਅੰਮ੍ਰਿਤਸਰ ਨਗਰੀ ਦੇ ਵਿੱਚ ਪਹੁੰਚੇ ਤੇ ਇਹਨਾਂ ਖੁਸ਼ੀਆਂ ਦੇ ਵਿੱਚ ਦੀਪਮਾਲਾਵਾਂ ਕੀਤੀਆਂ ਗਈਆਂ, ਕੀਰਤਨ ਸਤਸੰਗ ਕੀਤਾ ਗਿਆ, ਦਰਬਾਰ ਲੱਗੇ, ਮਠਿਆਈਆਂ ਵੰਡੀਆਂ ਗਈਆਂ ਤੇ ਖੁਸ਼ੀ ਦਾ ਇੱਕ ਜਿਹੜਾ ਹੈ ਮਾਹੌਲ ਬਣ ਗਿਆ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਇਸ ਬੰਦੀ ਛੋੜ ਦਿਹਾੜੇ ਤੇ ਭਾਈ ਗੁਰਦਾਸ ਜੀ ਨੇ ਵੀ ਜਿੱਥੇ ਆਖਿਆ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਨਾ। ਸੋ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਸਨ ਉਸ ਵੇਲੇ ਦੇ ਭਾਵ ਸੰਗਤਾਂ ਦੇ ਮਨ ਦੇ ਵਿੱਚ ਕੀ ਸਨ, ਕਿਉਂਕਿ ਸੰਗਤਾਂ ਚੌਕੀਆਂ ਦੀ ਜਿਹੜੀ ਪ੍ਰਥਾ ਹੈ ਉਸ ਵੇਲੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਉਹਨਾਂ ਨੇ ਪ੍ਰਾਰੰਭ ਕੀਤੀ ਸੀ। ਜਿਸ ਤਰ੍ਹਾਂ ਅਸੀਂ ਨਗਰ ਕੀਰਤਨ ਕਰਦੇ ਹਾਂ ਜਾਂ ਪ੍ਰਭਾਤ ਫੇਰੀਆਂ ਦੇ ਵਿੱਚ ਕੀਰਤਨ ਹੁੰਦਾ ਉਸ ਨੂੰ ਚੌਕੀ ਕਿਹਾ ਜਾਂਦਾ ਹੈ ਕਿ ਕਿਤੇ ਜਿਹੜਾ ਹੈ ਉਹ ਸਿੱਖ ਉਦਾਸ ਹੀ ਨਾ ਹੋ ਜਾਣ ਸਤਿਗੁਰੂ ਪਾਤਸ਼ਾਹ ਤੋਂ ਬਗੈਰ। ਸੋ ਚੌਕੀ ਜਿਹੜੀ ਹੈ ਇੱਕ ਪਿੰਡ ਤੋਂ ਦੂਜੇ ਪਿੰਡ, ਦੂਜੇ ਪਿੰਡ ਤੋਂ ਤੀਜੇ ਪਿੰਡ, ਇਸ ਤਰ੍ਹਾਂ ਕਰਕੇ ਪੰਜਾਬ ਤੋਂ ਲੈ ਕੇ ਤੇ ਗਵਾਲੀਅਰ ਤੱਕ ਪਹੁੰਚਦੇ ਸਨ। ਉਸ ਕਿਲੇ ਦੇ ਚਾਰੇ ਤਰਫ ਜਿਹੜਾ ਹੈ ਪਰਿਕਰਮਾ ਕਰਕੇ ਉਸ ਦੀਆਂ ਦੀਵਾਰਾਂ ਨੂੰ ਮੱਥਾ ਟੇਕ ਕੇ ਚੁੰਮ ਕੇ ਤੇ ਨਤਮਸਤਕ ਹੋ ਕੇ ਤੇ ਉੱਥੋਂ ਆਉਂਦੇ ਸਨ। ਗੁਰੂ ਕੇ ਸਿੱਖਾਂ ਦਾ ਪਿਆਰ ਦੇਖੋ। ਸੋ ਉਸ ਸਮੇਂ ਦੇ ਬਾਬਤ ਮੈਂ ਸਮਝਿਆ ਕਿ ਇਹ ਸ਼ਬਦ ਆਪਾਂ ਜਿਹੜਾ ਹੈ ਸਾਰੇ ਗਾਇਨ ਕਰੀਏ ਕਿ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੇਰੇ ਮਨ ਤਨ ਬਿਰਹੋਂ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ, ਕਿ ਗੁਰੂ ਕੇ ਸਿੱਖਾਂ ਨੂੰ ਨੀਂਦ ਨਹੀਂ ਆਉਂਦੀ ਆਪਣੇ ਗੁਰੂ ਤੋਂ ਬਗੈਰ। ਸੋ ਐਸਾ ਜਿਹੜਾ ਹੈ ਸਮਾਂ ਬਣਿਆ। ਸੋ ਆਓ ਇਹ ਸ਼ਬਦ ਗਾਇਨ ਕਰਕੇ ਫਿਰ ਦੀਵਾਲੀ ਰਿੱਧੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਇਹ ਸ਼ਬਦ ਗਾਇਨ ਕਰਕੇ ਆਪਾਂ ਸਮਾਪਤੀ ਫਿਰ ਵੱਲ ਵਧਦੇ। ਮੈਂ ਬਿਨ ਗੁਰ ਦੇਖੇ
मेरे मन तन अंतर गुर बिरह लगावे। हर हर दया करो गुर मेलो, जन नानक गुर मिल रहस्या जी। हे अकाल पुरख वाहिगुरु किरपा करो। ये जग्यासू सिख संगतां दी अरदास है कि हर हर दया करो गुर मेलो, जन नानक गुर मिल रहस्या जी। क्योंकि गुरु दर है ते परमात्मा घर है। दर तो बगैर घर दे विच नहीं पहुंचया जा सकता। कोई भी अज तक बिन सतगुर किने ना पाए, रब नूं नहीं प्राप्त होया, रब नूं नहीं मिल सकिया। इस करके गुर प्रसाद की जरूरत साडे जीवन का अनिखड़वां अंग है। ये गुरु का प्रसाद, गुरु की साध संगत है। ओ मन तन खोजी भाल भाल आई, क्यों प्यारा प्रीतम मिला मेरी माई। आपे फिर जवाब देंदे ने सतगुरु ते कहंदे ने कि हो मन तन खोजी भाल भलाई, क्यों प्यारा प्रीतम मिला मेरी माई। मिल सत संगत खोज दसाई, विच संगत हर प्रभ बसै जी। ये थां दसी है जिथे सत संगत हो रही है। सत संगत किनू कहंदे ने? दो भी मनुख जड़े ने वो मन बिरती एकाग्र करके गुरु के चरणों के विच बैठे होण ते वो सत संगत है। भाई गुरदास जी कहंदे ने एक सिख, दो साध संगत ते पंजे परमेश्वर। पंज जिथे उन्हां दी बिरती दे विच जिहड़ा है, ध्यान दे विच जिहड़ा है अकाल पुरख वाहिगुरू तो बगैर होर कुछ नहीं होना चाहिए। ते कहंदे ने हरि प्रभु उत्थे वसदा। ते ऐसी अवस्था दे विच किते जो भी मनुख मन दे विच सोच लवे, जड़ी भी कामना कर लवे, वो पूरी हो जाती है। असीं साध संगत दे विच अरदास कातों करते हैं? इसे करके करते कि जुड़ियां हुई आत्मा की ब्लैसिंग, साध संगत की असीस लैण दे लई। ते जिसनूं इत्थे गुरु दरबार दे विचों गुरमुखां जनों तो असीस मिल जावे ते फिर दिन दिन चढ़ा सवाया, नानक होत ना घाट। फिर जीवन दे विच कोई कमी नहीं रह जा सकती। सो आओ समा हो चलिया दिवाली का ये शब्द जड़ा है 5 मिनटां 10 तक वो संपूर्ण करके ते आपां जड़ा है वो गुरु के चरणों के विच सारियां दी चढ़दी कला दे लई, संसार के भले दे लई अरदास करनी है। सो आओ सारे ये शब्द जड़ा है गायन करो। हर साल ही आप जी ये गायन कर दिओ कि दीवाली दी रात दीवे बालियन, तारे जात सनात, अंबर भालियन, फुल्लां दी बागात चुन चुन चालियन, तीर्थ जाति जात नैन निहालियन, हर चंदोरी झात वसाए उचालियन, गुरमुख सुख फलदात शब्द संभालियन। दिवाली के संबंध में सतगुरु सानू बहुत वड्डा उपदेश दिता है भाई गुरदास जी ने कि दिवाली की जड़ी है मसिया की रात होती है, तो इस दे विच चानना थोड़ी देर होके तो फिर जड़ा हैगा हनेरा हो जाता है। फिर कहते ने फुल्लां की बगीची जड़ी है वो जिस वेले स्प्रिंग आती है ना, जिस वेले बसंत रुत आती है तो फुल खिड़ते हैं। वो जदों रुत चली जाती है तो फुल जड़े ने ऑटम दे विच छड़ जाते हैं। इस तरह कहते ने कि तीर्थ जाति जात नैन निहालियन, कि तीर्थां दे उत्ते जिस वेले कोई पुरब होवे ना तो बड़े ही गहमा गामी होंदी है। उत्थे लोग इशनान करन जाते हैं, दान करन जाते हैं, पुण्य करन जाते हैं। तो वह जदों पुरब निकल जाता तो उत्थे भी जड़ा हैगा कई बारी सन्नाटा छा दिन जाता, उत्थे भी जड़ा हैगा मनुख गिणवे च ही रह जाते हैं। इस तरह कहते हैं हर चंदौरी झात उचाए वसाए उचालियन, जिस तरह जड़ा है आकाशी गंगा है, हर चंदौरी जड़ी है, जिस तरह कई बार ऐसा जड़ा है झांवला जिहा प्रतीत होंदा है कि वो सामने जड़ा हैगा जिस तरह असीं कहंदे हैं ना वो रेनबो होंदी है, तो वो कहते हैं भाई वो बहुत सोहनी लगती है, पर उसकी मियाद वो थोड़े पलों के लिए होंदी है, फिर वो चली जाती है। इस तरह साडा एक मनुखा जन्म भी जड़ा है दिवाली की रात की तरह है। वो समझाना चाहते हैं भाई गुरदास जी अखीर दे विच जदों पौड़ी आती है ना, पौड़ी का अखीर वाला जिहड़े बंद होंदा है जिहड़ी लाइन होंदी है उस दे विच मुख भाव होंदा है। ते भाई साहब कहते हैं गुरमुख सुख फलदात शब्द संभालिए। जिहड़े जीवन की असल सच्चाई नूं समझ जाते हैं ना गुरमुख,
ਤੇ ਫਿਰ ਉਹ ਮਾਇਆ ਦੀ ਇਸ ਹਰਚੰਦੌਰੀ ਰਾਤ ਦੇ ਵਿੱਚ ਗਵਾਚਦੇ ਨਹੀਂ। ਉਹ ਜਿਹੜਾ ਹੈ ਇਸ ਸੰਸਾਰ ਨੂੰ ਸਦੀਵੀ ਨਹੀਂ ਜਾਣਦੇ, ਤੇ ਸਦੀਵੀ ਜਿਹੜਾ ਹੈ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਉਹ ਸ਼ਬਦ ਜਿਹੜਾ ਹੈ ਜਿਹੜਾ ਸਦਾ ਸਦੀਵੀ ਹੈ, ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਉਸ ਸ਼ਬਦ ਨੂੰ ਜਿਹੜਾ ਹੈ ਆਪਣੇ ਹਿਰਦੇ ਵਿੱਚ ਸੰਭਾਲ ਕੇ ਤੇ ਆਪਣਾ ਜੀਵਨ ਜਿਹੜਾ ਹੈ ਸਦੀਵ ਕਾਲ ਵਾਲਾ ਜੀਵਨ ਪ੍ਰਾਪਤ ਕਰ ਲੈਂਦੇ ਨੇ। ਉਹ ਆਤਮਿਕ ਮੋਤੇ ਨਹੀਂ ਮਰਦੇ। ਗੁਰੂ ਕੇ ਐਸੇ ਜਿਹੜੇ ਨੇ ਲਾਲ, ਗੁਰੂ ਕੇ ਸਿੱਖ ਜਿਹੜੇ ਸ਼ਬਦ ਦੀ ਸੰਭਾਲ ਕਰਦੇ ਨੇ। ਸੋ ਇਹ ਉਪਦੇਸ਼ ਦੇ ਰਹੇ ਨੇ ਦੀਵਾਲੀ ਦੀ ਰਾਤ ਦੇ ਨਾਲ, ਦੀਵਾਲੀ ਦੇ ਪੁਰਬ ਤੋਂ ਭਾਈ ਸਾਹਿਬ ਜੀ। ਸੋ ਆਓ ਸਾਰੇ ਹੀ ਪਿਆਰ ਦੇ ਨਾਲ ਸ਼ਬਦ ਗਾਇਨ ਕਰੀਏ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵੇ ਬਾਲੀਅਨ, ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਦੀਵੇ ਬਾਲੀਅਨ,
ਦੀਵੇ ਬਾਲੀਨ ਤਾਰੇ ਜਾਤ ਸਨਾਤ ਅੰਬਰ ਪਾਲੀਨ। ਸੋ ਸਤਿਗੁਰੂ ਇਸ ਪੁਰਬ ਤੋਂ ਸਾਡੇ ਤੇ ਕਿਰਪਾ ਕਰਕੇ ਸਾਨੂੰ ਬੰਧਨ ਮੁਕਤ ਕਰਕੇ ਦੀਵਾਲੀ ਪ੍ਰਕਾਸ਼ ਤੋਂ ਸਾਨੂੰ ਜਿਹੜਾ ਹੈ ਸੇਧ ਮਿਲਦੀ ਹੈ ਕਿ ਜਿੱਥੇ ਦੁਨਿਆਵੀ ਪ੍ਰਕਾਸ਼ ਅਸੀਂ ਕਰਦੇ ਹਾਂ ਦੀਵੇ ਬਾਲ ਕੇ, ਬਾਣੀ ਕਹਿੰਦੀ ਹੈ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਝੂਕਾ ਜਮ ਸਿਓ ਮੇਲ। ਨਾਮ ਦਾ ਦੀਵਾ, ਗਿਆਨ ਦਾ, ਗੁਰੂ ਦਾ ਗਿਆਨ ਦਾ ਪ੍ਰਕਾਸ਼ ਦਾ ਦੀਵਾ ਸਾਡੇ ਅੰਦਰ ਜਗ ਪਵੇ ਤੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜੀਵਨ ਦੀ ਅਸਲ ਸੋਝੀ ਸਾਨੂੰ ਪ੍ਰਾਪਤ ਹੋ ਜਾਵੇ, ਜੀਵਨ ਸਾਡਾ ਸਫਲ ਹੋ ਜਾਵੇ। ਇਹੀ ਸਾਨੂੰ ਦੀਵੇ ਬਾਲਣ ਦੀ ਜਿਹੜੀ ਹੈ ਲੋੜ ਹੈ। ਇਹ ਦੀਵਾ ਗੁਰੂ ਦੀ ਕਿਰਪਾ ਤੋਂ ਬਗੈਰ ਜਿਹੜਾ ਹੈ ਉਹ ਨਹੀਂ ਬਲ ਸਕਦਾ। ਗੁਰੂ ਕਿਰਪਾ ਕਰੇ। ਜੇ 100 ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਈ 100 ਸੂਰਜ ਹਜ਼ਾਰਾਂ ਚੰਦਰਮਾ ਚੜ ਜਾਣ ਪਰ ਉਹਨਾਂ ਤੋਂ ਉਹ ਜਿਹੜਾ ਹੈ ਪ੍ਰਕਾਸ਼ ਨਹੀਂ ਹੋ ਸਕਦਾ ਜਿਹੜਾ ਗੁਰੂ ਦੀ ਮੱਤ, ਗੁਰੂ ਦੇ ਸ਼ਬਦ ਦੇ ਨਾਲ ਜਿਹੜਾ ਪ੍ਰਕਾਸ਼ ਹੋਇਆ ਕਰਦਾ ਹੈ। ਤੇ ਉਹ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਜਿਹੜੀ ਹੈ ਉਹ ਸਾਰੇ ਸੰਸਾਰ ਦੇ ਲੋਕਾਂ ਨੂੰ ਇਹ ਗਿਆਨ ਦਾ ਦੀਵਾ ਬਣ ਕੇ ਤੇ ਗਿਆਨ ਵੰਡ ਰਹੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਅਸੀਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਤੇ ਆਪਣਾ ਜੀਵਨ ਰੋਸ਼ਨਾ ਸਕੀਏ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਇਹ ਪ੍ਰਭੂ ਦੇ ਨਾਲ, ਨਾਮ ਦੇ ਨਾਲ ਆਪਣੇ ਅੰਦਰ ਚਾਨਣਾ ਕਰ ਸਕੀਏ। ਸੋ ਇਨੀ ਇੱਕ ਸੇਵਾ ਪ੍ਰਵਾਨ ਕਰਨੀ, ਆਪ ਜੀ ਦੇ ਸਨਮੁਖ ਸੇਵਾ ਵਿੱਚ ਵਿਚਰਦਿਆਂ ਹੋਇਆਂ, ਹਾਜ਼ਰੀ ਭਰਦਿਆਂ ਹੋਇਆਂ, ਏਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ। ਮਨੁੱਖ ਭੁੱਲਣਹਾਰ ਹੈ। ਸਵਾਸ ਸਵਾਸ ਅਸੀਂ ਭੁੱਲਾਂ ਕਰਦੇ ਹਾਂ। ਸਤਿਗੁਰੂ ਗੁਰੂ ਕੀ ਸੰਗਤ ਜਿਹੜੀ ਹੈ ਇਹ ਬਖਸ਼ੰਦ ਹੈ, ਇਹ ਭੁੱਲਾਂ ਬਖਸ਼ਣ ਵਾਲੀ ਹੈ, ਅਸੀਸਾਂ ਦੇਣ ਵਾਲੀ ਹੈ। ਸੋ ਆਪ ਜੀ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਸੀਸ ਦੇਣੀ। ਸਤਿਗੁਰੂ ਸੱਚੇ ਪਾਤਸ਼ਾਹ ਇਸ ਬੱਚੇ ਨੂੰ, ਦਾਸ ਨੂੰ ਸੇਵਾ ਕਰਨ ਦਾ ਬਲ ਬਖਸ਼ਣ, ਨਾਮ ਜਪਣ ਜਪਾਉਣ ਅਤੇ ਸੁਚੱਜੇ ਢੰਗ ਦੇ ਨਾਲ ਕੀਰਤਨ ਕਰਨ ਦੀ ਸੋਝੀ ਪ੍ਰਦਾਨ ਕਰਨ, ਬਾਣੀ ਦਾ ਬੋਧ ਬਖਸ਼ਣ। ਸੋ ਆਓ ਸਾਰੇ ਆਨੰਦ ਸਾਹਿਬ ਜੀ ਦੇ ਕੀਰਤਨ ਦੇ ਨਾਲ ਅਰਦਾਸ ਦੇ ਵਿੱਚ ਉਹਨਾਂ ਕਰੀਏ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੇਟੈ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸਹਿਤੇ ਮਨ ਵਜੀਆਂ ਬਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤੰਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰ
ਮਾਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਬੁਝਾਈਆਂ। ਤਾ ਗੁਰਬਾਣ ਕੀਤਾ ਗੁਰ ਮਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਕਾਰ। ਸਭਾਗੇ ਕਾਰ ਸਭਾਗੇ ਸ਼ਬਦ ਵਾਜੇ, ਭਲਾ ਜਿਤ ਕਰ ਤਾਰਿਆ। ਪੰਜ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਨ ਪਾਇਆ ਤੁਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਬਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣ। ਗੁਣ ਤੇ ਪੁਨਿਤ ਕਹਤੇ, ਪਵਿੱਤ ਸਤ ਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਦੂਰੇ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਾਤ। ਦਿਵਸ ਰਾਤ ਦੋਇ ਦਾਈ, ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰੇ। ਕਰਮੀ ਆਪੋ ਆਪਣੀ, ਕਹਿ ਲੈਣਾ ਕਹਿ ਦੂਰ। ਜਿਨੇ ਨਾਮ ਧਿਆਇਆ, ਕਹਿ ਮਸ਼ਕਤ ਕਾਲ। ਨਾਨਕ ਤੈ ਮੁਖ